सारी जिंदगी स्कूलों च पढ़ते रहने 10 साल टीचर प्रिंसीपल आंदे ने कि यार पायलट बनो, डॉक्टर बनो, वकील बनो, फलाना बनो, टमका बनो। कदे किसी स्कूल वाले ये नहीं आख्या कि तुसीं स्कूल किस तरह खोल सकते हो। क्यों नहीं आते? उन्हों का काम चलिया हुंदा है, करोड़ां लखां रुपया कमाते हैं, तो वो काम नहीं किसी को करवाना चाहते। भला स्कूल खोलो, कोई भी किसी का रिजक नहीं किसी नाल सांझा हुंदा, अल्लाह की दात ने देना हुंदा, लेकिन दसदे नहीं। यूनीवर्सिटी तुर जाओ, कॉलेज तुर जाओ, उत्थे हज़ारां कोर्स कराणगे, पर यह कोर्स नहीं कराणगे कि कॉलेज बना के किस तरह चलाना है, यूनीवर्सिटी बना के किस तरह चलानी है। किसी गड्डी वाली कंपनी च तुर जाओ, गड्डियां ठीक करना ये वो दसणगे। गड्डियां दा शोरूम किंज चलाना है वो तुहानूं कोई बंदा नहीं दसेगा। तुसीं दोस्तों इस तो अलावा जिहड़ा वो अपना कोई भी कारोबार ले लो, सानूं वपारियां नूं वेख लो। ਵਪਾਰੀ ਬੰਦੇ ਅਸੀਂ ਸਾਰੇ ਤੁਹਾਨੂੰ ਆਖਾਂਗੇ ਕਿ ਇਹਦੇ 'ਚ ਬੜਾ ਨੁਕਸਾਨ ਹੈ, ਬੜਾ ਵਾਧਾ ਹੈ, ਬੜਾ ਘਾਟਾ ਹੈ, ਇਹ ਹੈ ਉਹ ਹੈ, ਤੇ ਇਹ ਨਹੀਂ ਆਖਣਗੇ ਕਿ ਯਾਰ ਇਹਦੇ 'ਚ 4 ਆਨੇ ਬਚਦੇ ਨੇ, ਤੁਸੀਂ ਇਹ ਵੀ ਕੰਮ ਕਰ ਲਓ। ਇਹ ਗੱਲਾਂ ਅੱਜ ਕਿਉਂ ਕਰਨ ਡਿਆ ਤੁਹਾਨੂੰ ਅੱਜ ਦੱਸਣੀ ਹੈ ਕਾਰੋਬਾਰ ਦੀ ਟਿਪ। ਗੱਲ ਜਿਹੜਾ ਬੰਦਾ ਕਾਰੋਬਾਰ ਕਰਨ ਵਾਲਾ ਨਾ ਉਹ ਵੀਡੀਓ ਲਾਜ਼ਮੀ ਐਂਡ ਤੱਕ ਵੇਖਿਓ। ਅੱਛੀ ਲੱਗੀ ਤੇ ਸਦਕਾ ਸਮਝ ਕੇ ਇਹਨੂੰ ਸ਼ੇਅਰ ਕਰਿਓ ਜੇ, ਇਨਸ਼ਾਅੱਲਾ ਭਾਈਆਂ ਦਾ ਬੜਾ ਫਾਇਦਾ ਹੋਏਗਾ। ਵੀਡੀਓ ਬਣਾਉਣ ਦਾ ਜਿਹੜਾ ਮੇਨ ਮਕਸਦ ਇਹ ਵੇ ਕਿ 1 ਲੱਖ ਤੋਂ ਪਲੱਸ ਟਿਕਟੋਕ ਦੇ ਫਾਲੋਅਰ ਹੋ ਗਏ ਨੇ। ਫਾਲੋਅਰ ਕਹਿ ਲਓ ਕਿ ਭਰਾ ਜਿਹੜੇ ਜੈਨੂਅਨ ਭਰਾ ਨੇ। ਫੇਸਬੁੱਕ ਤੇ ਕਹਿ ਲਓ 2 ਲੱਖ ਤੋਂ ਜ਼ਿਆਦਾ ਭਰਾ ਐਡ ਹੋ ਗਏ ਨੇ, ਫਾਲੋ ਕਰਨ ਡੇ ਨੇ, ਲਾਈਕ ਕਰਨ ਡੇ ਨੇ। ਮੇਰਾ ਹਾਲੇ ਫੇਸਬੁੱਕ ਬਣੀ ਨੂੰ ਕੋਈ ਸਾਲ ਵੀ ਨਹੀਂ ਹੋਇਆ, 6 ਮਹੀਨੇ ਹੋਏ ਹੋਣਗੇ। ਟਿਕਟੋਕ ਪਿਛਲੇ 20 ਦਿਨ ਹੋਏ ਨੇ ਬਣਾਈ ਨੂੰ ਤੇ 1 ਲੱਖ ਪਲੱਸ ਫਾਲੋਅਰ ਹੋ ਗਏ ਨੇ। ਮੇਰੇ ਹਾਲ ਬੜੇ ਜਿਹੜੇ ਕੋਈ ਵੱਡੇ ਟਾਈਕੋਨ ਨੇ ਉਹਨਾਂ ਦੇ ਵੀ ਏਡੀ ਜਲਦੀ ਫੈਨ ਫਾਲੋਇੰਗ ਨਹੀਂ ਹੁੰਦੀ। ਉਹਨਾਂ ਸਭ ਭਾਈਆਂ ਦਾ ਜਿਹੜਾ ਨਾ ਉਹ ਦਿਲੋਂ ਸ਼ੁਕਰੀਆ, ਦੁਆਵਾਂ 'ਚ ਯਾਦ ਰੱਖਿਆ ਕਰੋ। ਤੁਹਾਡੀਆਂ ਮੁਹੱਬਤਾਂ ਦੇ ਨਾਲ ਹੀ ਅੱਜ ਅਸੀਂ ਇਸ ਪੁਆਇੰਟ 'ਤੇ ਹਾਂ। ਤੁਹਾਡੀਆਂ ਮੁਹੱਬਤਾਂ ਤੋਂ ਇਲਾਵਾ ਅਸੀਂ ਇਸ ਪੁਆਇੰਟ 'ਤੇ ਨਹੀਂ ਹਾਂ ਜਾ ਸਕਦੇ ਕਿਸੇ ਸੁਰ। ਕਿਉਂ ਭਾਈ ਨਾਸਰ? ਹਾਂਜੀ, ਜਿਹੜੇ ਭਰਾ ਸਾਨੂੰ ਫਾਲੋ ਕਰਨ ਡੇ ਨੇ ਉਹਨਾਂ ਵੱਲੋਂ ਕੋਈ ਪੈਗਾਮ ਤੁਹਾਡੇ ਵੱਲੋਂ? ਨਹੀਂ, ਉਹਨਾਂ ਦਾ ਬਹੁਤ ਸ਼ੁਕਰੀਆ, ਚੰਗਾ ਕੰਮ ਕਰਦੇ ਪਏ ਨੇ, ਤੁਹਾਡੇ ਫਾਇਦੇ ਵਾਸਤੇ ਕਰਦੇ ਪਏ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰੋ। ਹਾਂ, ਉਹਨਾਂ ਦਾ ਸ਼ੁਕਰੀਆ ਜਨਾਬ ਦਿਲੋਂ ਅਦਾ ਕਰਨੇ ਆ, ਹੱਥ ਜੋੜ ਕੇ ਅਦਾ ਕਰਨੇ ਆ। ਭਰਾ ਦੁਆਵਾਂ 'ਚ ਯਾਦ ਰੱਖਿਆ ਕਰੋ। ਦੋਸਤੋ ਵਪਾਰ ਦੇ ਬਾਰੇ ਤੁਹਾਨੂੰ ਦੱਸਣਾ ਕਿ ਮੱਝਾਂ ਗਾਵਾਂ ਦਾ ਕੰਮ ਤੁਸੀਂ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਹੋ। ਕਿਸ ਤਰ੍ਹਾਂ ਤੁਸੀਂ ਮੈਨੂੰ ਹੀ ਲਾ ਲਓ ਕਿ ਮੇਰੇ ਤਰ੍ਹਾਂ ਰੋਜ਼ਾਨਾ ਜਾਨਵਰ ਸੇਲ ਪਰਚੇਜ਼ ਕਰ ਸਕਦੇ ਹੋ। ਕਿਸ ਤਰ੍ਹਾਂ ਤੁਹਾਡਾ ਭਲਾ ਹੋ ਸਕਦਾ ਹੈ। ਫਰਦਨ ਮੈਂ ਇਹਦੇ 'ਤੇ ਵੀਡੀਓਜ਼ ਬਣਾਉਂਦਾ ਰਹਾਂਗਾ ਹੁਣ ਇਨਸ਼ਾਅੱਲਾ, ਅਤੇ ਤੁਹਾਨੂੰ ਮਸ਼ਵਰੇ ਦਿੰਦਾ ਰਹਾਂਗਾ। ਵੈਸੇ ਵੀ ਕਿਸੇ ਭਾਈ ਨੂੰ ਹੈਲਪ ਚਾਹੀਦੀ ਹੋਏ ਤਾਂ ਮੈਂ ਉਹਦੇ ਲਈ ਹਾਜ਼ਰ ਹਾਂ। ਦੋਸਤੋ ਤੁਸੀਂ ਇਹ ਵੇਖ ਲਓ ਕਿ ਇਹ ਮੇਰੀ ਵੀਡੀਓ ਇਹ ਪੜ੍ਹੇ ਲਿਖੇ ਬੰਦਿਆਂ ਲਈ, ਜਿਹੜੇ ਸਮਝਦੇ ਨੇ ਸੋਸ਼ਲ ਮੀਡੀਆ ਨੂੰ, ਕੰਮ ਕਾਰੋਬਾਰ ਦੀ ਸਮਝ ਰੱਖਦੇ ਨੇ, ਹੌ-ਨੋ ਰੱਖਦੇ ਨੇ, ਥੋੜ੍ਹਾ ਬਹੁਤਾ ਵੀ ਜਾਣਦੇ ਨੇ, ਉਹ ਵੀ ਕੰਮ ਕਰ ਸਕਦੇ ਨੇ। ਵਪਾਰ ਦੇ ਵਿੱਚ ਜਿਹੜਾ ਮੱਝਾਂ ਗਾਵਾਂ ਦਾ ਨਾ, ਇਹਦੇ ਵਿੱਚ ਬੜੀ 90% ਲੋਕ, 95% ਲੋਕ ਅਨਪੜ੍ਹ ਨੇ, ਜਾਹਲ ਨੇ, ਦਾ ਲਾਉਣ ਵਾਲੇ ਨੇ, ਫਰਾਡ ਕਰਨ ਵਾਲੇ ਨੇ। ਕਿਉਂਕਿ ਬੜੇ ਅਰਸੇ ਤੋਂ ਇਹ ਸਰਕਲ ਰੀਤ ਚੱਲੀ ਆਉਣ ਡਈ ਹੈ। ਪਾਕਿਸਤਾਨ 'ਚ 5 7 10 ਮੈਂ ਸਮਝਣਾ ਕਿ ਅੱਛੇ ਬੰਦੇ ਆਏ ਨੇ ਸੋਸ਼ਲ ਮੀਡੀਆ 'ਤੇ, ਪੜ੍ਹੇ ਲਿਖੇ, ਵੈਲ ਐਜੂਕੇਟਿਡ, ਜਿਹੜੇ ਵਪਾਰ ਦਾ ਕੰਮ ਕਰਨ ਡੇ ਨੇ। ਅਤੇ ਉਹਨਾਂ ਵਪਾਰੀਆਂ ਤੋਂ ਢੇਰ ਜ਼ਿਆਦਾ ਉਹਨਾਂ ਦਾ ਨਾਂ ਹੈ, ਢੇਰ ਜ਼ਿਆਦਾ ਪੈਸੇ ਕਮਾ ਰਹੇ ਨੇ, ਅਤੇ 1000 ਗੁਣਾ ਜ਼ਿਆਦਾ ਉਹਨਾਂ ਦੀ ਇੱਜ਼ਤ ਜ਼ਿਆਦਾ। ਕਿਉਂ? ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕਰਨ ਡੇ ਨੇ। ਆਉਣ ਵਾਲਾ ਵਕਤ ਦੋਸਤੋ ਇੰਟਰਨੈਟ 'ਤੇ ਕੰਮ ਹੈ। ਜਿੱਦਾਂ ਸੋਸ਼ਲ ਮੀਡੀਆ 'ਤੇ ਕੰਮ ਹੈ ਉਹ ਹੀ ਬੰਦਾ ਕਾਮਯਾਬ ਹੈ। ਅਗਰ ਤੁਹਾਡਾ ਕੋਈ ਵੀ ਕੰਮ ਹੈ ਵਪਾਰ ਤੋਂ ਇਲਾਵਾ ਵੀ, ਆਫਲਾਈਨ ਕਰਨ ਡੇ ਹੋ, ਦੁਕਾਨਦਾਰੀ ਕਰਨ ਡੇ ਹੋ, ਕੁਛ ਵੀ ਕਰਨ ਡੇ ਹੋ ਘਰ ਬਹਿ ਕੇ, ਉਹਨੂੰ ਸੋਸ਼ਲ ਮੀਡੀਆ 'ਤੇ ਲਿਆਓ। ਆਉਣ ਵਾਲਾ ਵਕਤ 1 2 ਸਾਲ ਬਾਅਦ ਹਰ ਸ਼ਾਇਦ ਸੋਸ਼ਲ ਮੀਡੀਆ 'ਤੇ ਵਿਕਣੀ ਹੈ। ਅੱਜ ਅਗਰ 5 7 10 ਹਜ਼ਾਰ ਵੀ ਇਕੱਠੇ ਬੈਠੇ ਹੋਣਗੇ ਨਾ, ਤੇ ਯਕੀਨ ਮੰਨੋ ਉਹਨਾਂ ਕੋਲ 1 ਮਿੰਟ ਵੀ ਟਾਈਮ ਫੋਨ ਛੱਡ ਕੇ ਤੇ ਗੱਲਾਂ ਬਾਤਾਂ ਕਰਨ ਦਾ ਨਹੀਂ ਹੁੰਦਾ। ਹਰ ਬੰਦੇ ਦੇ ਹੱਥ 'ਚ ਫੋਨ ਹੁੰਦਾ। ਪਿਓ ਪੁੱਤਰ ਬੈਠੇ ਨੇ, ਉਹਨਾਂ ਦੇ ਆਪਣੇ ਆਪਣੇ ਹੱਥਾਂ 'ਚ ਫੋਨ ਨੇ। ਮੀਆਂ ਵੀ ਬੈਠੇ ਨੇ, ਉਹਨਾਂ ਦੇ ਆਪਣੇ ਆਪਣੇ ਫੋਨ ਨੇ ਹੱਥਾਂ 'ਚ। ਮਾਂ ਪੁੱਤਰ ਬੈਠੇ ਨੇ, ਉਹਨਾਂ ਦੇ ਆਪਣੇ ਫੋਨ ਨੇ ਹੱਥਾਂ 'ਚ। ਹਰ ਬੰਦਾ ਫੋਨ ਨੂੰ ਯੂਜ਼ ਕਰਦਾ ਪਿਆ। ਫੋਨ ਦੇ ਵਿੱਚ ਅਸੀਂ ਖੁੱਬੇ ਹਾਂ, ਚੀਜ਼ਾਂ ਵੀ ਸਿੱਖੀ ਦੀਆਂ, ਟਾਈਮ ਦਾ ਵੀ ਨੁਕਸਾਨ ਹੁੰਦਾ, ਬੜੇ ਫਾਇਦੇ ਦੇ ਵੀ ਕੰਮ ਹੁੰਦੇ ਨੇ। ਇਸ ਲਈ ਆਉਣ ਵਾਲਾ ਵਕਤ ਸੋਸ਼ਲ ਮੀਡੀਆ ਦਾ, ਜਿਹੜੇ ਸੁਲਝੇ ਬੰਦੇ ਨੇ, ਵਪਾਰ ਕਰਨਾ ਚਾਹੁੰਦੇ ਨੇ, ਉਹਨਾਂ ਲਈ ਬੜਾ ਹੀ ਗੈਪ ਵਾਲਾ ਬਿਜ਼ਨਸ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਾ ਹਲੇ ਗੈਪ ਹੈ, ਪੜ੍ਹੇ ਲਿਖੇ ਬੰਦੇ ਨਹੀਂ ਹੈ। ਮੰਡੀਆਂ ਦੇ ਵਿੱਚ ਸਾਰਾ ਵਪਾਰ ਹੁੰਦਾ, ਲੋਕ ਲੈ ਕੇ ਆਉਂਦੇ ਨੇ, ਲੋਕ ਵੇਚਦੇ ਨੇ, ਖਰੀਦਦੇ ਨੇ। ਜਿਹੜੇ ਭਾਈ ਵਪਾਰ ਕਰਨਾ ਚਾਹੁੰਦੇ ਨੇ ਨਾ ਦੋਸਤੋ, ਹੁਣ ਮੈਂ ਤੁਹਾਨੂੰ ਆਪਣਾ A ਤੋਂ ਲੈ ਕੇ ਤੇ Z ਤੱਕ ਦੱਸਣਾ ਕਿ ਮੈਂ ਕਿਸ ਤਰ੍ਹਾਂ ਕਰਨਾ। ਉਸੇ ਚੀਜ਼ ਨੂੰ ਤੁਸੀਂ ਉਹਦੇ ਵਿੱਚੋਂ ਜਿਹੜੀ ਅੱਛੀ ਲੱਗੇ ਫਾਲੋ ਕਰ ਲਓ, ਜਿਹੜੀ ਨਾ ਲੱਗੇ ਉਹਨੂੰ ਵਿੱਚੋਂ ਕੱਟ ਲਵੋ। ਮੇਰਾ ਮਕਸਦ ਹੈ ਤੁਹਾਨੂੰ ਦੱਸਣਾ। ਸਾਡਾ ਹੁਣ ਕੀ ਵਪਾਰ ਹੈ ਕਿ ਅਸੀਂ, ਇਹ ਬੰਦਾ ਹੈ, ਠੀਕ ਹੈ, ਨਾਸਰ ਇਹਦਾ ਨਾਂ ਹੈ। ਕੋਈ ਵੀ ਬੰਦਾ ਤੁਸੀਂ ਜੂ ਦੇ ਵਿੱਚੋਂ ਲੱਭ ਲਵੋ, ਠੀਕ ਹੈ, ਉਹਦੇ ਕੋਲੋਂ ਤੁਸੀਂ ਮਾਲ ਖਰੀਦਣਾ। ਜਿਹੜੀ ਜੂ ਹੁੰਦੀ ਹੈ ਦਰਿਆ ਤੋਂ, ਚਾਹੇ ਰਾਵੀ ਦਰਿਆ ਤੋਂ ਲੈ ਲਓ, ਚਾਹੇ ਸਤਲੁਜ ਦਰਿਆ ਦੇ ਨਾਲ ਕੋਈ ਬੰਦੇ ਹਜ਼ਾਰਾਂ ਲੱਭ ਜਾਂਦੇ ਨੇ ਨੈੱਟ ਤੋਂ, ਗਿਆ ਫਿਰਿਆ ਟੁਰਿਆ। ਉਹ ਕੋਈ ਇੱਕ ਬੰਦਾ ਤਾੜਨਾ, ਉਹਦੇ ਕੋਲੋਂ ਮਾਲ ਲੈਣਾ ਸ਼ੁਰੂ ਕਰਨਾ। ਅੱਛੀ ਮੱਝ ਗਾਵਾਂ ਤੁਹਾਨੂੰ ਆਮ ਮੰਡੀਆਂ 'ਚੋਂ ਮਿਲ ਜਾਣਗੀਆਂ। ਅੱਛੀ ਗਾਂ ਦੀ ਖਰੀਦ ਕਰੋ।
ਗਾਵਾਂ ਮੱਝਾਂ ਕਿਸ ਤਰ੍ਹਾਂ ਖਰੀਦਣੀਆਂ, ਇਹਦੇ ਤੇ ਮੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅੱਗੇ ਹੀ ਪਈਆਂ ਨੇ, ਉਹ ਤੁਸੀਂ ਵੇਖ ਸਕਦੇ ਹੋ। ਤੇ ਇਹਨਾਂ ਕੋਲੋਂ ਜਾ ਕੇ ਜਾਨਵਰ ਅੱਛਾ ਖਰੀਦ ਕੇ ਲਿਆ ਕੇ ਉਹਦੀ ਹਫਤਾ 10 ਦਿਨ ਸਾਂਭ ਕਰਕੇ ਅਸੀਂ ਅੱਗੇ ਸੇਲ ਕਰ ਦੇਣਾ ਹੁੰਦਾ। ਕਰਨਾ ਕੀ ਹੈ, ਇੱਥੋਂ ਜਾਣਾ, ਉੱਥੋਂ ਖਰੀਦਣਾ, ਉਹਦੀ ਵੀਡੀਓ ਬਣਾ ਲੈਣੀ, ਅਪਲੋਡ ਕਰਨੀ ਹੈ, ਗਾਹਕ ਉੱਥੋਂ ਹੀ ਰਾਬਤਾ ਕਰਕੇ ਬਿਆਨਾ ਕਰ ਦਿੰਦੇ, ਉਹਨੂੰ ਕਹੀਦਾ ਹਫਤਾ 10 ਦਿਨ ਉੱਥੋਂ ਲਿਆ ਕੇ ਇੱਥੇ ਸਾਂਭਣਾ, ਇਕੱਠੇ 10 ਵੀ ਲੈ ਆਈਦੇ ਨੇ, ਲਿਆ ਕੇ ਸਾਂਭ ਕੇ ਵੇਚ ਕੇ ਅੱਗੋਂ ਫੇਰ ਜਾ ਕੇ ਲੈ ਆਈਦੇ ਨੇ। ਉੱਥੇ ਜਾ ਕੇ ਖਰੀਦਣਾ, ਲਿਆ ਕੇ ਸਾਂਭਣਾ, ਇੱਕ ਵੀਡੀਓ ਉੱਥੇ ਬਣਾਉਣੀ ਹੈ, ਇੱਕ ਵੀਡੀਓ ਇੱਥੇ ਲਿਆ ਕੇ ਬਣਾ ਕੇ ਤੇ ਉਹ ਗਾਹਕ ਨੂੰ ਚੀਜ਼ ਦੇ ਦੇਣੀ ਹੈ। ਹੁਣ ਚੀਜ਼ ਕਿਸ ਤਰ੍ਹਾਂ ਦੀ ਖਰੀਦਣੀ ਹੈ ਦੋਸਤੋ, ਦੁਨੀਆ ਦਾ ਮੂੰਹ ਅਗਰ ਬੰਦ ਕਰਨਾ ਲੱਗੋਗੇ ਨਾ ਕਾਰੋਬਾਰ ਲਈ, ਕਦੇ ਵੀ ਨਹੀਂ ਹੋਏਗਾ। ਅਗਰ ਤੁਸੀਂ ਸਸਤੀ ਮੱਝ ਲਵੋਗੇ ਤੇ ਉਹ ਜਿਹੜਾ ਬੰਦਾ ਲਾਈਏਗਾ ਉਹ ਹੌਲੀ ਨਿਕਲੇਗੀ, ਜਾ ਕੇ ਤੁਹਾਡਾ ਨਾਮ ਬਦਨਾਮ ਕਰੇਗਾ। ਅਗਰ ਤੁਸੀਂ ਚੰਗੀ ਮੱਝ ਲੈ ਆਓਗੇ ਤੇ ਉਹ ਬੰਦੇ ਚੰਗੀ ਮੱਝ ਲਿਆ ਕੇ ਵੇਚੋਗੇ, ਉਹਦੇ ਪੈਸੇ ਜ਼ਿਆਦਾ ਹੋਣਗੇ, ਤੁਸੀਂ ਮਹਿੰਗੀ ਲਈ ਹੋਏਗੀ, ਤੁਸੀਂ ਮਹਿੰਗੀ ਅੱਗੇ ਦੇਣੀ ਹੈ, ਲੋਕ ਕਹਿਣਗੇ ਇਹ ਬੰਦਾ ਬਹੁਤ ਜ਼ਿਆਦਾ ਮਹਿੰਗਾ। ਇਸ ਤੋਂ ਬਾਅਦ ਜੇ ਤੁਸੀਂ ਦਰਮਿਆਨੀ ਮੱਝ ਲਿਆਓਗੇ ਤੇ ਉਹ ਆ ਕੇ ਤੁਸੀਂ ਉਹ ਦਰਮਿਆਨੇ ਰੇਟ ਤੇ ਸੇਲ ਕਰੋਗੇ, ਬੰਦਿਆਂ ਨੇ ਫੇਰ ਗੱਲਾਂ ਸੁਣਾਉਣੀਆਂ ਕਿ ਇਹ ਯਾਰ ਹੌਲੀ ਮੱਝ ਲਿਆ ਕੇ ਤੇ ਪੈਸੇ ਬਹੁਤੇ ਮੰਗਣ ਡਿਆ। ਜੇ ਤੁਸੀਂ ਉਹਨੂੰ ਅੱਛੀ ਚੀਜ਼ ਨੂੰ ਦੁੱਧ ਪੂਰਾ ਕਰਾ ਕੇ ਕਿਸੇ ਨੂੰ ਦੇਣ ਲੱਗ ਪਓਗੇ ਕਿ ਯਾਰ ਆ ਕੇ 2 ਟਾਈਮ ਚੋਵੋ, ਇਹਦਾ ਮੈਂ ਦੁੱਧ ਪੂਰਾ ਕਰਾਉਣਾ, ਫਿਰ ਵੀ ਦੁਨੀਆ ਤੁਹਾਨੂੰ ਜਿਹੜਾ ਨਾ ਉਹ ਆਖੇਗੀ ਕੁਝ ਪਤਾ ਨਹੀਂ ਟੀਕੇ ਲਾਉਂਦਾ ਹੈ, ਕੋਈ ਮਿਰਚ ਮਸਾਲਾ ਦਿੰਦਾ ਹੈ, ਦੁੱਧ ਪਿਲਾ ਹਟਦਾ, ਇਸ ਤਰ੍ਹਾਂ ਦੀਆਂ ਗੱਲਾਂ ਕਰੇਗੀ। ਤੇ ਇਸ ਲਈ ਦੁਨੀਆ ਦੀਆਂ ਗੱਲਾਂ ਤੇ ਕਤਨ ਨਹੀਂ ਆਉਣਾ। ਅੱਛੀ ਮੱਝ ਗਾਂ ਲੈਣੀ ਹੈ, ਅੱਛੀ ਲਿਆ ਕੇ ਉਹਦੀ ਸਾਂਭ ਕਰਨੀ ਹੈ। ਸਾਂਭ ਤੇ ਵੀ ਵੀਡੀਓ ਮੌਜੂਦ ਨੇ, ਖਰੀਦ ਤੇ ਵੀ ਮੌਜੂਦ ਨੇ, ਵੇਚ ਤੇ ਵੀ ਮੌਜੂਦ ਨੇ। ਲਿਆ ਕੇ ਸਾਂਭ ਕਰਕੇ ਉਹਦੀ ਵੀਡੀਓ ਸੋਸ਼ਲ ਮੀਡੀਆ ਫੇਸਬੁੱਕ, ਟਿਕਟੋਕ, ਯੂਟਿਊਬ ਤੇ ਅਪਲੋਡ ਕਰੋ, ਆਪਣਾ ਨੰਬਰ ਦੇਵੋ। ਇਮਾਨਦਾਰੀ, ਮੁਖਲਸੀ ਤੇ ਸਾਫ਼ ਨੀਅਤ, ਇਹਦੇ ਨਾਲ ਤੁਸੀਂ ਕੰਮ ਕਰਨਾ। ਤੁਸੀਂ 5 ਲੱਖ ਦੀ ਅੱਛੀ ਮੱਝ ਲੱਭਦੀ ਹੈ, 5 ਦੀ ਲਿਆਓ, 5.5 ਦੀ ਮਿਲਦੀ ਹੈ, 6 ਦੀ ਮਿਲਦੀ ਹੈ, 10 ਦੀ ਮਿਲਦੀ ਹੈ। ਅੱਛੀ ਚੀਜ਼ ਦਾ ਦੁਨੀਆ ਤੇ ਹਰ ਟਾਈਮ ਤੇ ਹਮੇਸ਼ਾ ਗਾਹਕ ਹੁੰਦਾ। ਹਰ ਟਾਈਮ ਅੱਛੀ ਚੀਜ਼ ਦਾ ਤੁਹਾਡੇ ਕੋਲ ਹਜ਼ਾਰਾਂ ਗਾਹਕ ਹੋਏਗਾ, ਮਾੜੀ ਤੇ ਦਰਮਿਆਨੀ ਚੀਜ਼ ਦਾ ਕੋਈ ਗਾਹਕ ਨਹੀਂ ਹੋਏਗਾ ਤੁਹਾਡੇ ਕੋਲ। ਅੱਛੀ ਮੱਝ ਲੈਣੀ ਹੈ, ਅੱਛੀ ਗਾਂ ਲੈਣੀ ਹੈ, ਲਿਆ ਕੇ ਉਹਨੂੰ ਆਪਣਾ ਵੀਡੀਓ ਲਾਣੀ ਹੈ, ਸੇਲ ਕਰਨਾ ਹੈ। ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ, ਕੋਈ ਨਫਾ ਇਹਦੇ 'ਚ ਨਫਾ ਹੈ, ਨੁਕਸਾਨ ਕੋਈ ਨਹੀਂ। ਅੱਲਾ ਨਾ ਕਰੇ ਕਦੇ ਕਿਤੇ ਸਾੜੂ ਆਈ ਜਾਂਦਾ, ਕਦੇ ਕਿਤੇ ਕੋਈ ਜਾਨਵਰ ਸ਼ਾਦੋ ਨਾਦਰ ਮਰ ਜਾਂਦਾ, ਉਹਦੇ 'ਚ ਕੋਈ ਅੱਲਾ ਦੀ ਬਿਹਤਰੀ ਹੁੰਦੀ, ਉਹਦੇ ਤੋਂ ਪਰੇਸ਼ਾਨ ਨਹੀਂ ਹੋਣਾ। ਨਫਾ ਨੁਕਸਾਨ ਨਾਲ ਨਾਲ ਹੁੰਦਾ, ਲੇਕਿਨ ਜ਼ਿਆਦਾ ਇਹਦੇ ਵਿੱਚ ਨਫਾ ਹੀ ਹੈ। ਠੀਕ ਹੈ, ਇਮਾਨਦਾਰੀ ਨਾਲ ਤੇ ਸਾਫ਼ ਸੁਥਰਾ ਜਦੋਂ ਤੁਸੀਂ ਕਰਨਾ ਹੈ ਨਾ, ਤੇ ਫਿਰ ਜਿਹੜੇ ਪੁਰਾਣੇ ਵਪਾਰੀ ਲੋਕ ਨੇ ਉਹਨਾਂ ਦਾ ਤੁਸੀਂ ਮੁਕਾਬਲਾ ਕਰਨਾ, ਉਹਨਾਂ ਤੋਂ ਤੁਸੀਂ ਅੱਗੇ ਹੋਈ ਜਾਣਾ। ਠੀਕ ਹੈ, ਮੈਂ ਹੁਣ ਅਗਰ ਇਕੱਲਾ ਲੱਗਾ ਤੇ ਮੈਂ 5-7 ਬੰਦੇ ਵੇਖਣਾ ਆਪਣੇ ਨਾਲ ਦੇ ਜਿਹੜੇ ਯਾਰ ਬੜਾ ਸਾਫ਼ ਸੁਥਰਾ ਕੰਮ ਕਰਨ ਦੇ ਨੇ, ਦਿਲ ਖੁਸ਼ ਹੁੰਦਾ। ਤੇ ਆ ਕੇ ਤੇ ਇਸ ਤਰ੍ਹਾਂ ਫੀਲਡ ਦੇ ਵਿੱਚ ਬੜੇ ਸਾਰੇ ਬੰਦਿਆਂ ਦੀ, ਸੁਲਝਿਆਂ ਦੀ, ਜਿਹੜੇ ਸਾਫ਼ ਸੁਥਰੇ ਹੋਣ, ਉਹਨਾਂ ਦੀ ਫੀਲਡ ਨੂੰ ਜ਼ਰੂਰਤ ਹੈ। ਕਿਉਂ ਕਿ ਪੜ੍ਹੇ ਲਿਖੇ ਬੰਦੇ ਵਪਾਰੀ ਨਹੀਂ ਹੈ। ਪੁਰਾਣੇ ਨੁਸਖੇ, ਮਿਰਚ, ਲੂਣ, ਦਾਦੜ, ਮਿੱਠਾ ਸੋਡਾ, ਗੁੜ, ਹੁਣ ਮੰਡੀਆਂ 'ਚ ਬੰਦੇ ਲਿਆਉਂਦੇ ਨੇ ਤੇ ਉਹ ਕਿਲੋ ਗੁੜ, 2-2 ਕਿਲੋ ਗਲਕੰਦ, ਕਿਲੋ ਚੀਨੀ ਵਿੱਚ ਉਹਨੂੰ ਕਾੜ ਕੇ ਦੁੱਧ 'ਚ ਤੇ ਪਿਆ ਕੇ ਤੇ ਮੱਝ ਨੂੰ ਮੰਡੀ ਲੈ ਆਉਂਦੇ ਨੇ। ਉਹ ਏਡਾ ਕੁ ਥਣ ਹੁੰਦਾ, ਏਡਾ ਮੋਟਾ ਥਣ ਹੋ ਜਾਂਦਾ ਜੀ, ਬੜਾ ਪਾਵਰੀ ਥਣ ਹੈ। ਇਹਨਾਂ ਕੇਸਾਂ 'ਚ ਤੁਸੀਂ ਬਾਹਰ ਆਉਣਾ, ਹੱਕ ਸੱਚ ਦੀ ਗੱਲ ਕਰਨੀ ਹੈ। ਕਰਨੀ ਕੀ ਹੈ, ਜਿਹੜੀ ਕਿਸੇ ਚੀਜ਼ ਦੀ ਖੂਬੀ ਹੈ ਉਹ ਖੂਬੀ ਦੱਸਣੀ ਹੈ, ਤੇ ਓਨੀ ਦੱਸਣੀ ਹੈ ਜਿੰਨੀ ਹੈ ਵੇ, ਓਵਰ ਨਹੀਂ ਦੱਸਣੀ। ਜਿਹੜੀ ਖਾਮੀ ਹੈ ਉਹ ਸਗੋਂ ਜਿੰਨੀ ਖਾਮੀ ਉਦੋਂ ਵੱਧ ਖਾਮੀ ਦੱਸਣੀ ਹੈ ਕਿ ਅਗਲਾ ਖਾਮੀ ਵੇਖ ਕੇ ਚੀਜ਼ ਲਵੇ, ਖੂਬੀ ਵੇਖ ਕੇ ਚੀਜ਼ ਲਵੇ। ਹਰ ਚੀਜ਼ ਵਾਜ਼ਿਆ ਦੱਸਣੀ, ਔਰ ਕਤਨ ਨਹੀਂ ਆਪਣੇ ਜ਼ਿਹਨ 'ਚ ਲਿਆਉਣਾ ਕਿ ਤੁਸੀਂ ਕਿਸੇ ਨਾਲੋਂ ਬਹੁਤੇ ਹੁਸ਼ਿਆਰ ਹੋ ਨਾ। ਜਿਹੜਾ ਬੰਦਾ ਵੀਡੀਓ ਵੇਖਣ ਡਿਆ ਹੈ ਨਾ, ਉਹ ਤੁਹਾਡੇ ਨਾਲੋਂ ਹਰ ਬੰਦਾ ਹੁਸ਼ਿਆਰ ਹੈ। ਵਕਤ ਉਹ ਚੂਤ ਚਲਾਕੀਆਂ ਵਾਲਾ ਲੰਘ ਗਿਆ ਹੈ ਕਿ ਜਿਹਦੇ 'ਚ ਤੁਸੀਂ ਆਖੋ ਕਿ ਮੈਂ ਕਿਸੇ ਨੂੰ ਚਾਰ ਲਾਂਗਾ, ਮੈਂ ਕਿਸੇ ਨੂੰ ਦਾ ਲਾ ਲਾਂਗਾ। ਨਹੀਂ, ਹਰ ਬੰਦਾ ਅਕਲਮੰਦ ਹੈ, ਹਰ ਬੰਦਾ ਸਮਝਦਾਰ ਹੈ, ਮਿਹਨਤ ਨਾਲ ਹਰ ਬੰਦਾ ਕਮਾਉਂਦਾ। ਹੁਣ ਵਕਤ ਲੰਘ ਗਿਆ ਹੈ ਦਾ ਲਵਾਉਣ ਵਾਲਾ, ਫਰਾਡ ਕਰਵਾਉਣ ਵਾਲਾ। ਜਿੰਨੇ ਵੀ ਤੁਹਾਡੀ ਗੱਲ ਸੁਣਨੀ ਹੈ, ਜਿੰਨੇ ਵੀ ਤੁਹਾਡਾ ਜਾਨਵਰ ਵੇਖਣਾ, ਉਹਨੇ ਪੂਰਾ ਨਾਪ ਤੋਲ ਕੇ ਫਿਰ ਤੁਹਾਡੇ ਨਾਲ ਰਾਬਤਾ ਕਰਨਾ। ਤੁਹਾਡੀ ਗੱਲ ਸੁਣ ਕੇ, ਤੁਹਾਡੀ ਵੀਡੀਓ ਵੇਖ ਕੇ। ਪਹਿਲੀ 2, 4, 5, 10 ਵੀਡੀਓ ਹੋ ਸਕਦਾ ਸਹੀ ਨਾ ਬਣਨ, ਪਹਿਲੇ 2, 4, 5, 10 ਜਾਨਵਰ ਹੋ ਸਕਦਾ ਸਹੀ ਨਾ ਆਉਣ, ਲੇਕਿਨ ਵਕਤ ਦੇ ਨਾਲ ਨਾਲ ਤੁਸੀਂ ਆਪਣੇ ਆਪ ਨੂੰ ਬਿਹਤਰ ਕਰਨਾ, ਇੰਪਰੂਵਮੈਂਟ ਲਿਆਉਣੀ ਹੈ। ਹਰ ਦਿਨ ਤੁਸੀਂ ਆਪਣੇ ਆਪ ਨੂੰ ਬਦਲਦੇ ਰਹੋਗੇ ਤੇ ਤੁਹਾਡੀ ਜਿਹੜੀ ਹੈ ਉਹ ਤਰੱਕੀ ਹਰ ਦਿਨ ਵੱਧਦੀ ਜਾਏਗੀ। ਕਿਸੇ ਨੂੰ ਵੀ ਦਾ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਔਰ ਨਫਾ ਜਿਹੜਾ ਨਾ, ਇਹ ਜ਼ਿਹਨ ਨਹੀਂ ਰੱਖਣਾ ਕਿ ਇਹਦੇ 'ਚ 1 ਲੱਖ 2, 4 ਲੱਖ ਮੰਡੀਆਂ ਦਾ ਜਿਹੜਾ ਨਫਾ ਉਹ ਤੁਹਾਨੂੰ ਮਿਲਣਾ। ਨਹੀਂ, 10, 20, 25 ਹਜ਼ਾਰ, ਹੱਦ 30 ਹਜ਼ਾਰ। 30 ਹਜ਼ਾਰ ਤੋਂ ਵੱਧ 30.5 ਜਾਂ 31 ਹਜ਼ਾਰ ਵੀ ਤੁਸੀਂ ਜ਼ਿਹਨ 'ਚ ਨਹੀਂ ਰੱਖਣਾ ਮੱਝਾਂ ਗਾਵਾਂ ਦੇ ਵਿੱਚ, ਕਿਉਂਕਿ ਤੁਸੀਂ 30 ਹਜ਼ਾਰ ਨਫਾ ਜ਼ਿਹਨ 'ਚ ਰੱਖੋਗੇ, 10-5 ਹਜ਼ਾਰ ਖਰਚਾ ਲਾ ਲਓ, ਕੋਈ ਡੇਰੇ ਦਾ 2-4-5 ਹਜ਼ਾਰ ਖਰਚਾ ਲਾ ਲਓ, 10-15 ਹਜ਼ਾਰ ਰੁਪਇਆ ਤੁਹਾਡਾ ਇੱਕ ਜਾਨਵਰ ਰੋਜ਼ ਦਾ ਅਗਰ ਸੇਲ ਹੋਏ ਆਹਿਸਤਾ ਆਹਿਸਤਾ 5-6 ਮਹੀਨੇ, ਸਾਲ ਮਿਹਨਤ ਕਰਕੇ, ਤੇ ਉਹ ਬਹੁਤ ਜ਼ਿਆਦਾ ਮਹੀਨੇ ਦਾ ਤੁਹਾਨੂੰ ਪਾਕਿਸਤਾਨ 'ਚ ਰਹਿ ਕੇ 3-4-5 ਲੱਖ ਰੁਪਇਆ ਬਚਣ ਲੱਗ ਪਏ। ਇਹ ਤੋਂ ਵੱਡੀ ਅੱਛੀ ਗੱਲ ਕੋਈ ਨਹੀਂ ਹੁੰਦੀ।
ਜੇ ਤੁਸੀਂ ਵੱਡੇ ਨਫੇ ਲੈਣ ਦੇ ਪਿੱਛੇ ਪਏ 2-2 4-4 ਲੱਖ ਨਾ ਤੁਹਾਡਾ ਮਾਲ ਸੇਲ ਹੋਣਾ, ਨਾ ਤੁਹਾਡਾ ਕੰਮ ਚੱਲਣਾ। ਹੌਲੀ ਹੌਲੀ 5-10 ਹਜ਼ਾਰ ਨਫੇ ਤੋਂ ਸ਼ੁਰੂ ਕਰਨਾ, ਕੋਸ਼ਿਸ਼ ਕਰਨੀ ਹੈ ਸੇਲ ਕਰਨ ਦੀ। ਤੇ ਆਇਆ ਗਾਹਕ ਜਿਹੜਾ ਡੇਰੇ ਤੇ ਹੋਣਾ, ਇਹ ਵੀ ਕੋਸ਼ਿਸ਼ ਕਰਨੀ ਹੈ ਕਿ ਨਵੇਂ ਕੰਮ ਦੇ ਵਿੱਚ ਜਾਂ ਅੱਗੇ ਜਾ ਕੇ ਵੀ ਡੇਰੇ ਤੋਂ ਬੰਦਾ ਖਾਲੀ ਵਾਪਸ ਨਾ ਜਾਏ। ਜਿੰਨੇ ਦੀ ਲਈ ਇਹ ਖਰਚੇ ਪੂਰੇ ਕਰਕੇ ਅਗਰ ਉਹਨੇ ਦੀ ਵੀ ਖੜਦਾ ਹੋਏ ਤੇ ਗਾਹਕ ਬਣਾਉਣਾ ਕਿ ਯਾਰ ਇਹ ਅੱਗੋਂ ਵੀ ਮੇਰੇ ਕੋਲ ਚੀਜ਼ ਲਵੇਗਾ। ਨਾਸਰ ਭਾਈ ਕੋ ਪੁੱਛਨੇ ਆ, ਫਿਰ ਤੁਹਾਨੂੰ ਹੋਰ ਗੱਲਾਂ ਦੱਸਨੇ ਆ। ਨਾਸਰ ਭਾਈ ਜੀ ਭਾਈ, ਤੁਹਾਨੂੰ 30-40 ਸਾਲ ਹੋ ਗਏ ਨੇ ਵਪਾਰ ਕਰਦੇ ਹੋ ਜੀ ਠੀਕ ਹੈ, ਪੂਰਾ ਬੰਦਾ ਯਾਰ ਵਾਲ ਵਪਾਰ ਦਾ ਸਮਝਦਾ। ਤੁਹਾਡੇ ਕਾਗਜ਼ਾਂ 'ਚ ਵਪਾਰ ਔਖਾ ਕੰਮ ਹੈ, ਸੌਖਾ ਕੰਮ ਹੈ, ਕਿੰਨਾ ਕੁ ਔਖਾ ਕਿੰਨਾ ਕੁ ਸੌਖਾ, ਖੁੱਲ ਕੇ ਗੱਲ ਕਰਨੀ ਹੈ। ਵਪਾਰ ਸੌਖਾ ਹੀ ਹੈ, ਔਖਾ ਕੋਈ ਨਹੀਂ ਹੈ। ਜਿਹਨੂੰ ਸਮਝ ਆ ਗਈ ਹੈ ਉਹਨੂੰ ਕੋਈ ਸ਼ਾ ਬਚ ਜਾਂਦੀ ਹੈ, ਜਿਹਨੂੰ ਸਮਝ ਨਹੀਂ ਆਈ ਉਹਨੂੰ ਕੋਈ ਨਹੀਂ ਸ਼ਾ ਬਚਣੀ। ਬਚਤ ਹੈ ਇਹਦੇ 'ਚ, ਆਪ ਹੀ ਮਾਲ ਸ਼ਾਲ ਖਰੀਦਿਓ। ਕਿੰਨੀਆਂ ਮੱਝਾਂ ਰੋਜ਼ ਦੀਆਂ ਵੇਚ ਲੈਂਦੇ ਉੱਥੇ? 2-4 ਵੇਚ ਲੈਂਦੇ ਆ, 5-6। ਕਿੰਨਾ ਨਫਾ ਫੀ ਮੱਝ ਚੋਂ ਰੱਖਦੇ ਹੋ? 10-15 ਹਜ਼ਾਰ ਲੱਭਦਾ ਹੈ, ਵੱਧ ਤੋਂ ਵੱਧ ਤੋਂ ਵੱਧ ਇਹੀ ਲੱਭਦਾ। 10-15 50 ਤੱਕ ਨਹੀਂ? ਨਹੀਂ ਉਹ ਤਾਂ ਕਦੇ ਵੇਖਿਆ ਹੀ ਨਹੀਂ। ਠੀਕ ਹੋ ਗਿਆ, ਲੈਣਾ ਹੀ ਨਹੀਂ। ਸਾਫ ਸੁਥਰਾ ਡੰਗਰ ਲੈਣਾ। ਅੱਛਾ, 10-15-20 ਹਜ਼ਾਰ ਰੁਪਏ ਲੈਣਾ, ਇਸ ਤੋਂ ਵੱਧ ਲੈਣਾ ਨਹੀਂ। ਇਹ ਮਰਨ ਵਾਲਾ ਸਾੜੂ ਪੈਣ ਵਾਲਾ ਇਹ ਕਿੰਨਾ? ਇਹ ਤਾਂ ਮੁੜ ਖੁਦਾ ਨੂੰ ਹੋ ਜਾਵੇ ਤਾਂ ਹੋ ਜਾਵੇ। ਕਿੰਨਾ ਰੋਜ਼ ਹੋ ਜਾਂਦਾ ਕਿ ਕਦੇ ਕਿਤੇ ਜਾ? ਨਹੀਂ, ਕਦੇ ਕਦੇ ਹੀ ਹੁੰਦਾ। ਕੋਈ ਨੁਕਸਾਨ ਫੀਲ ਹੁੰਦਾ ਕਦੇ? ਹਾਂਜੀ ਹੋ ਜਾਂਦਾ, ਕਿਉਂਕਿ ਸਾੜੂ ਹੈ, ਡੰਗਰ ਹੈ, ਬੰਦ ਮੁੱਠੇ ਲੈਣਾ, ਸੂਈ ਨਹੀਂ ਪਾਈ ਜਾਂਦੀ। ਜਿਹੜੇ ਬੰਦਾ ਇਹ ਦੱਸੋ, ਤੁਹਾਡਾ ਤੇ ਨੈਟ ਨੂਟ ਦਾ ਕੰਮ ਨਹੀਂ, ਤੁਹਾਨੂੰ ਸਮਝ ਨਹੀਂ, ਮੈਂ ਨੈਟ ਤੇ ਕਰਨਾ, ਮੇਰਾ ਕਿਸ ਤਰ੍ਹਾਂ ਦਾ ਕੰਮ ਹੈ? ਨਹੀਂ, ਤੁਹਾਡਾ ਬੜਾ ਸਾਫ ਸੁਥਰਾ ਕੰਮ ਹੈ। ਆ ਬੰਦੇ 10-20 ਰੋਜ਼ ਨਹੀਂ, ਝੂਠ ਨਹੀਂ ਮਾਰਨਾ। ਇਹ ਉਹਦਾ 15-20 ਹਜ਼ਾਰ ਤੁਸੀਂ ਵੀ ਲੈਂਦੇ ਮੁਨਾਫਾ, ਇਸ ਤੋਂ ਬਾਅਦ ਕੌਣ ਦਿੰਦਾ? ਲੈਣਾ ਵੀ ਨਹੀਂ ਚਾਹੀਦਾ। ਲੈਣਾ ਵੀ ਨਹੀਂ ਚਾਹੀਦਾ। ਅਗਲੇ ਨੂੰ ਵੀ ਮਹਿਸੂਸ ਹੋਵੇ ਵੀ ਸਾਨੂੰ ਮਾਲ ਡੰਗਰ ਦਿੱਤਾ ਸਾਫ ਸੁਥਰਾ, ਤੇ ਉਹ ਚਾਹੁੰਦਾ ਪੀਂਦਾ ਹੈ, ਉਹਦਾ ਮੁੜ ਦਿਲ ਕਰਦਾ ਤੁਹਾਡੇ ਕੋਲ ਆਉਣ ਵਾਸਤੇ। ਬਿਲਕੁਲ, ਹੈ ਗੱਲ ਤਾਂ ਹੀ ਹੈ ਨਾ। ਬਿਲਕੁਲ ਜੀ, ਤਾਂ ਡੰਗਰ ਸਾਫ ਸੁਥਰਾ ਲਓ, ਅਗਲੇ ਦਿਲ ਕਰਦਾ ਲੈਣ ਵਾਸਤੇ। ਬਿਲਕੁਲ ਦੋਸਤੋ, ਜਿਹੜੇ ਵੀ ਭਾਈ ਨੇ ਕੰਮ ਸ਼ੁਰੂ ਕਰਨਾ, ਅੱਛੀ ਮੱਝ ਤੁਹਾਨੂੰ ਸਸਤੀ ਨਹੀਂ ਲੱਭਣੀ, ਵਾਰੇ ਦੀ ਨਹੀਂ ਲੱਭਣੀ। ਅੱਛੀ ਮੱਝ ਜਿਹਦੀ ਹੋਣੀ ਉਹਨੂੰ ਪਤਾ ਹੋਣਾ ਮੇਰੀ ਅੱਛੀ ਹੈ, ਉਹਦੇ ਕੋਲ ਤੁਸੀਂ ਵਾਰੇ ਦੀ ਸਮਝ ਨਾ ਲੈਣੀ ਹੈ। ਅੱਛੀ ਚੀਜ਼ ਦਾ ਹਮੇਸ਼ਾ ਅੱਛਾ ਮੁੱਲ ਹੁੰਦਾ, ਤੁਸੀਂ ਲਿਆਓਗੇ ਤੁਹਾਨੂੰ ਲੋਕ ਵੀ ਭਰਨਗੇ। ਤੇ ਕੰਮ ਨੂੰ ਇਸ ਸਰਕਲ ਨਾਲ ਸ਼ੁਰੂ ਕਰਨਾ ਕਿ ਪਹਿਲੇ ਤੋਂ ਦੱਸਿਆ ਮੱਝਾਂ ਲੈਣ ਟੁਰ ਜਾਣਾ, ਕਿਸੇ ਮੰਡੀ ਅੱਛੀ ਟੁਰ ਜਾਓ, ਕਿਤੇ ਬਾਹਰ 'ਚ ਬੰਦੇ ਨਾਲ ਰਾਬਤਾ ਕਰਕੇ ਟੁਰ ਜਾਓ, ਉੱਥੋਂ ਖਰੀਦ ਕੇ ਲਿਆਓ, ਵੀਡੀਓ ਅਪਲੋਡ ਕਰਨੀ ਸ਼ੁਰੂ ਕਰੋ। ਇੱਕ ਜਾਨਵਰ ਤੋਂ ਸ਼ੁਰੂ ਕਰ ਲਓ, 2 ਤੋਂ ਕਰੋ, ਹੋਏ ਸਾਫ ਸੁਥਰਾ ਕੰਮ। ਕੋਈ ਡੱਕਾ ਲਾ ਕੇ ਨਹੀਂ ਛੱਡਣਾ, ਕੋਈ ਮਸਾਲਾ ਮਿਰਚ ਦੇ ਕੇ ਨਹੀਂ ਛੱਡਣਾ। ਪੁਰਾਣੇ ਵਪਾਰੀ ਕਿਸੇ ਕੋਲੋਂ ਮਸ਼ਵਰਾ ਹੀ ਨਹੀਂ ਲੈਣਾ। ਇਨਸ਼ਾਅੱਲਾ ਸੈਕਸ਼ਨ ਬਾਈ ਸੈਕਸ਼ਨ ਮੈਂ ਪਾਰਟ ਬਾਈ ਪਾਰਟ ਵੀਡੀਓ ਅਪਲੋਡ ਵਪਾਰ ਦੇ ਬਾਰੇ ਤੁਹਾਨੂੰ ਕਰਦਾ ਰਹਾਂਗਾ, ਮੰਡੀ 'ਚੋਂ ਜਾ ਕੇ ਵੀ, ਬਾਹਰ 'ਚ ਜਾ ਕੇ ਵੀ, ਕਿ ਜਾਨਵਰ ਖਰੀਦਣਾ ਕਿੰਝ, ਔਰ ਜਾਨਵਰ ਦਾ ਜਿਹੜਾ ਰੇਟ ਹੈ ਨਾ, ਕਿ ਕਿਹੜਾ ਕਿੰਨੇ ਦਾ, ਕਿਹੜਾ ਕਿੰਨੇ ਦਾ ਨਹੀਂ। ਤੁਸੀਂ 2 ਜਾਨਵਰ ਨਹੀਂ, 1 ਜਾਨਵਰ ਸਿਰਫ ਖਰੀਦ ਲਿਓ। ਜਿਹੜਾ ਨਵਾਂ ਬੰਦਾ ਜਿਹਨੂੰ ਕੱਖ ਘੁੰਡੀ ਨਹੀਂ ਪਤਾ, ਇੱਕੋ ਜਾਨਵਰ ਖਰੀਦ ਕੇ ਤੁਹਾਨੂੰ ਨਫਾ ਕਰੇ ਜਾਂ ਨੁਕਸਾਨ ਕਰੇ, ਸਬਕ ਸਾਰੇ ਸਿਖਾਈਏਗਾ। ਇਹ ਨਾ ਸੋਚਿਓ ਕਿ ਮੈਂ ਨਾਦਰ ਭਾਈ ਹਾਂ, ਇਹਦੇ ਕੋਲ ਪੁੱਛ ਲੈ ਕਿੰਨੇ ਦੀ ਲੀਲਾ ਹੈ, ਕਿੰਨੇ ਦੀ ਲੀਲਾ ਨਾ। ਵੀਡੀਓ ਤੇ ਮੈਂ ਵੇਖ ਕੇ ਨਹੀਂ ਦੱਸ ਸਕਦਾ ਹੁੰਦਾ ਕਿ ਇਹ ਮੱਝ ਵੱਡੀ ਹੈ, ਛੋਟੀ ਹੈ, ਕੀ ਨਹੀਂ। ਇਸ ਲਈ ਜਿਹੜੇ ਬੰਦੇ ਵੀਡੀਓ ਤੋਂ ਰਾਬਤਾ ਕਰਦੇ ਉਹਨਾਂ ਨੂੰ ਦੱਸੀਦਾ ਕਿ ਯਾਰ ਖੁਦ ਆ ਕੇ ਕਰੀ ਚੀਜ਼ ਵੇਖੋ। ਕਈ 10 ਲੱਖ ਵਾਲੀਆਂ ਮੱਝਾਂ ਹੁੰਦੀਆਂ, ਅਗਲੇ ਦੀ ਵੀਡੀਓ ਸਮਝ ਨੂੰ ਆਉਂਦਾ ਤੇ ਆਂਦਾ ਯਾਰ ਮੱਝ ਤੇ ਤੇਰੀ ਬੜੀ ਕੀਮਤੀ ਹੈ, ਫਿਰ ਉਹ ਖੁਸ਼ ਹੋ ਕੇ ਲੈ ਲੈਂਦੇ ਨੇ। ਕਈ ਵੀਡੀਓ 'ਚ ਜਿਹੜੀਆਂ ਉਹ ਬਹੁਤੀਆਂ ਚੰਗੀਆਂ ਲੱਗਦੀਆਂ ਆਇਆ ਨਹੀਂ। ਇਸ ਲਈ ਚੀਜ਼ ਜਿਹੜੀ ਹੈ ਉਹ ਜਾ ਕੇ ਮੌਕੇ ਤੇ ਵੇਖੋ, ਇੱਕ ਖਰੀਦੋ, ਤੁਹਾਨੂੰ ਆਪਿਓ ਹੀ ਸਮਝ ਲੱਗ ਜਾਏਗੀ ਕਿ ਮਾਰਕੀਟ ਕੀ ਆਂਦੀ ਹੈ ਪਈ, ਮਾਰਕੀਟ 'ਚ ਕਿਸ ਚੀਜ਼ ਦੀ ਡਿਮਾਂਡ ਹੈ। ਅੱਛੀ ਮੱਝ ਜਦੋਂ ਵੇਖੋਗੇ, ਸੋਸ਼ਲ ਮੀਡੀਆ ਤੇ ਮੇਰੀਆਂ ਵੀਡੀਓ ਵੇਖ ਲਿਓ ਕਿ ਚੰਗੀ ਮੱਝ ਕਿਸ ਤਰ੍ਹਾਂ ਦੀ ਹੁੰਦੀ ਹੈ, ਹੋਰ ਵੀਡੀਓ ਵੇਖ ਲਿਓ, ਜਾਂ ਬਾਹਰ 'ਚ ਜਾਂ ਜਦੋਂ ਤੁਸੀਂ ਵੇਖੋਗੇ ਆਟੋ ਤੁਹਾਨੂੰ ਸਮਝ ਆਉਣ ਲੱਗ ਪਏਗੀ ਕਿ ਅੱਛੀ ਮੱਝ ਕਿਹੜੀ ਹੈ ਤੇ ਮਾੜੀ ਮੱਝ ਕਿਹੜੀ ਹੈ। ਬਾਕੀ ਚਲਾਕੀ ਵਾਲੇ ਪਾਸੇ ਜਾਂ 2 ਨੰਬਰੀ ਫਰਾਡ ਵਾਲੇ ਪਾਸੇ ਨਹੀਂ ਪੈਣਾ। ਤੁਹਾਡਾ ਇੱਕ ਦਿਨ 'ਚ ਹੀ ਮੱਕੂ ਠੱਪ ਕੱਤਣਾ। ਹੌਲੀ ਮੱਝ, ਮੇਰੇ ਹੁਣ ਕੀ ਪੁਆਇੰਟਸ ਯਾਦ ਰੱਖਣੇ ਨੇ ਜਿਹੜੇ ਮੈਂ ਤੇ ਤੁਹਾਨੂੰ ਦੱਸਣ ਲੱਗਾ। ਹੌਲੀ ਮੱਝ, ਹੌਲੀ ਗਾਂ ਨਹੀਂ ਲੈਣੀ, ਹੌਲਾ ਜਾਨਵਰ ਨਹੀਂ ਲੈਣਾ ਕਿਸੇ ਸੂਰਤ 'ਚ। ਅੱਛਾ ਜਾਨਵਰ ਲੈਣਾ, ਚਾਹੇ ਜਿੱਡਾ ਮਰਜ਼ੀ ਮਹਿੰਗਾ ਲੱਭੇ, ਲੈਣਾ ਅੱਛਾ, ਉਹ ਤੁਹਾਨੂੰ ਨਫਾ ਦੇ ਕੇ ਜਾਏਗਾ, ਨੁਕਸਾਨ ਨਹੀਂ ਦੇ ਕੇ ਜਾਏਗਾ। ਜਾਨਵਰ ਖਰੀਦ ਕੇ ਉਹਦੀ ਪੂਰੀ ਦੇਖਭਾਲ ਕਰਨੀ ਹੈ, ਮੁਲਾਜ਼ਮਾਂ ਤੇ ਨਹੀਂ ਸੁੱਟਣਾ। ਮੈਂ ਬਹੁਤ ਬਿਜ਼ੀ ਬੰਦਾ ਵਾਂ, ਲੇਕਿਨ 2 ਟਾਈਮ ਮੈਂ ਚੁਆਈ ਬਜ਼ਾਤੇ ਖੁਦ ਕਰਨਾ। ਜੇ ਜ਼ਿਆਦਾ ਜਾਨਵਰ ਹੋਣ ਤੇ ਥਣ ਪਾਸ ਕਰਕੇ ਫਿਰ ਬੰਦੇ ਨੂੰ ਆਣਾ ਹੁਣ ਤੂੰ ਅਗਲੀ ਚੋ, ਕਿਉਂ ਨਾ ਅਸਰ ਭਾਈ? ਆਏ ਉਹ ਸਾਰਾ ਮਾਲ ਮੈਂ ਆਪੇ ਚੋਣਾ। ਹਰ ਮੱਝ ਦਾ ਮੈਨੂੰ ਫਿੰਗਰ ਟਿਪਸ ਤੇ ਯਾਦ ਹੁੰਦਾ ਕਿ ਕਿਹੜੀ ਮੱਝ ਨੇ ਕਿੰਨੀ ਵਾਰੀ ਗੋਇਆ ਕੀਤਾ, ਕਿੰਨੇ ਪੱਠੇ ਖਾਦੇ ਨੇ, ਕਿੰਨੀ ਗਾਲੀ ਕੀਤੀ ਹੈ, ਕਿੰਨਾ ਪਾਣੀ ਪੀਤਾ, ਕੌੜਾ ਮਸਾਲਾ ਚਾਹੀਦਾ, ਮਿੱਠਾ ਚਾਹੀਦਾ, ਇਹਨੇ ਆਪਣਾ ਲਹੂ ਸੁੱਟਣਾ, ਕੀ ਕਰਨਾ, ਹਰ ਚੀਜ਼ ਦੀ ਤਫਸੀਲ ਹੁੰਦੀ ਹੈ। ਮਾਲ ਦੀ ਸਾਂਭ ਦੇ ਵਿੱਚ ਕਸਰ ਨਹੀਂ ਛੱਡਣੀ। ਅੱਛੀ ਦੇਖਭਾਲ, ਸਿਰਫ ਚੰਗੇ ਪੱਠੇ ਹੀ ਨਹੀਂ ਹੁੰਦੇ, ਪੱਠੇ ਪਾਓ, ਉਹਨੂੰ ਬਰ ਵਕਤ ਪਾਣੀ ਡਾਓ, ਉਹਨੂੰ ਬਰ ਵਕਤ ਵੰਡਾ ਪਾਓ, ਗੁੜ ਗੰਡੇ ਮਸਾਲਾ ਜਿਹੜਾ ਸਾਰਾ ਵੀਡੀਓ ਮੇਰੀਆਂ ਲੱਗੀਆਂ ਹੁੰਦੀਆਂ ਉਹ ਉਹਨੂੰ ਦੇਵੋ।
ਤੀਸਰੀ ਚੀਜ਼, ਕਿਸੇ ਬੰਦੇ ਨੂੰ ਓਵਰਟੇਕ ਨਹੀਂ ਕਰਨਾ, ਕਿਸੇ ਬੰਦੇ ਨੂੰ ਦਾ ਨਹੀਂ ਲਾਣਾ, ਕਿਸੇ ਬੰਦੇ ਨਾਲ ਫਰਾਡ ਨਹੀਂ ਕਰਨਾ, ਕਿਸੇ ਬੰਦੇ ਦਾ ਬਿਆਨਾ ਨਹੀਂ ਮਾਰਨਾ, ਪੈਸੇ ਆਏ ਨਹੀਂ ਮਾਰਨੇ। ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਹੈ ਚੀਜ਼ ਬਿਆਨਾ ਵਾਪਸ ਕਰਨ ਦੀ। ਚੀਜ਼ ਅਗਲੇ ਦੇ ਘਰ ਗਈ, ਅੱਛੀ ਨਹੀਂ ਉਹਨੂੰ ਲੱਗੀ, ਉਹਦੇ ਕੋਲੋਂ ਚੀਜ਼ ਵਾਪਸ ਲੈਣੀ ਹੈ, ਖੁਸ਼ ਹੋ ਕੇ ਲੈਣੀ ਹੈ। ਹਰ ਆਏ ਬੰਦੇ ਨੂੰ ਕੋਸ਼ਿਸ਼ ਕਰਨਾ 2 ਟਾਈਮ ਚੀਜ਼ ਚੁਆ ਕੇ ਦੇਵੋ ਤਾਂ ਕਿ ਉਹਦਾ ਜਾ ਕੇ ਗਿਲਾ ਸ਼ਿਕਵਾ ਨਾ ਰਵੇ। ਲੋਕਾਂ ਦੀਆਂ ਗੱਲਾਂ ਬਾਤਾਂ ਨੂੰ ਛੱਡ ਦੇਣਾ, ਲੋਕਾਂ ਦੀਆਂ ਗੱਲਾਂ ਬਾਤਾਂ ਤੇ ਨਹੀਂ ਲੱਗਣਾ। 5ਵਾਂ ਪੁਆਇੰਟ, ਆਏ ਗਏ ਦੀ ਚਾਹਤ ਕਦਰ ਦੇ ਵਿੱਚ ਕੋਈ ਕਸਰ ਨਹੀਂ ਛੱਡਣੀ। 6ਵਾਂ ਪੁਆਇੰਟ, ਮੁਸਤਕਿਲ ਮਜ਼ਾਜੀ ਦੇ ਨਾਲ ਕੰਮ ਕਰਨਾ। ਇਹ ਨਹੀਂ ਕਿ ਇੱਕ ਲੈਣ ਦੀ ਵੇਚ ਲਈ, ਮਹੀਨੇ ਬਾਅਦ ਫਿਰ ਉਸ਼ਕਲ ਚੜਿਆ ਫਿਰ ਵੇਚਣ ਲੱਗ ਪਏ। ਪ੍ਰੋਪਰ ਅੱਛਾ ਜਾਨਵਰ ਲਿਆਉਣਾ, ਅੱਛੀ ਗੱਲਬਾਤ ਸੁਣਾ ਕੇ ਜਿਹੜੀ ਉਹਦੀ ਜੈਨੂਅਨ ਹੈ ਵੇ ਉਹਨੂੰ ਫਿਰ ਸ਼ੋਅ ਕਰਨਾ, ਫਿਰ ਆਪਣਾ ਜਿਹੜਾ ਨਾ ਉਹ ਸਰਕਲ ਚਲਾਉਣਾ ਹੈ। ਦੂਸਰੇ ਨੰਬਰ ਤੇ ਕਿਸੇ ਬੰਦੇ ਦੇ ਮੰਗਾ ਕੇ ਪੈਸੇ ਨਹੀਂ ਖਾਣੇ। ਅਗਰ ਪੈਸੇ ਖਾਓਗੇ ਦੌਰ ਐਸਾ ਤੁਹਾਡੀਆਂ ਪੋਸਟਾਂ ਲੱਗਣਗੀਆਂ, ਉਹ ਵਕਤੀ ਤੁਸੀਂ ਕੁਕੜੀ ਖਾਣ ਵਾਲੇ ਪਾਸੇ ਪਵੋਗੇ, ਉੱਥੇ ਹੀ ਤੁਹਾਡਾ ਸਾਰਾ ਕੀੜਾ ਮੱਕੂ ਜਿਹੜਾ ਨਾ ਉਹ ਠੱਪ ਹੋਈਏਗਾ। ਤੁਹਾਨੂੰ ਕੋਈ ਪਤਾ ਨਹੀਂ ਲੱਗੇਗਾ ਕਿ ਤੁਹਾਡਾ ਕੰਮ ਕਿਉਂ ਨਹੀਂ ਚੱਲਣ ਡਿਆ। ਤੇ 8ਵਾਂ ਮੇਨ ਪੁਆਇੰਟ, ਪਹਿਲੇ ਦੂਜੇ ਦਿਨ ਹੀ ਨਹੀਂ ਸੋਚ ਲੈਣਾ ਕਿ ਮੈਂ ਨਾਦਰ ਭਾਈ ਬਣ ਜਾਣਾ, ਮੈਂ ਫਲਾਣਾ ਬਣ ਜਾਣਾ, ਮੈਂ ਫਲਾਣਾ ਬਣ ਜਾਣਾ। ਮੈਂ ਅਗਰ ਇਸ ਪੁਆਇੰਟ ਤੇ ਹਾਂ ਤੇ ਮੈਂ ਬੜੇ ਧੱਕੇ ਖਾ ਕੇ ਰਾਤਾਂ ਜਾ ਕੇ ਮਿਹਨਤਾਂ ਕਰਕੇ ਅੱਜ ਮੇਰੇ ਨਾਲ 30 ਤੋਂ 40 ਬੰਦਿਆਂ ਦੀ ਟੀਮ ਹੈ। 30 ਤੋਂ 40 ਬੰਦਿਆਂ ਦੀ ਮੇਰੇ ਨਾਲ ਟੀਮ ਹੈ ਤੇ ਇਹ ਚੈਨਲ ਚੱਲਣ ਡਿਆ ਤੇ ਤੁਸੀਂ ਮੈਨੂੰ ਇਸ ਪੁਆਇੰਟ ਤੇ ਵੇਖਣ ਡੇ ਹੋ। ਉਹਦੇ 'ਚ ਕਿੱਥੋਂ ਨੇ? 6 ਬੰਦੇ ਗਾਈਆਂ ਸਾਂਭਣ ਵਾਲੇ ਨੇ, 10 ਬੰਦੇ ਡੇਲੀ ਮੱਝਾਂ ਸਾਂਭਣ ਵਾਲੇ ਨੇ, 5 ਬੰਦੇ ਪਿੱਛੇ ਚੈਨਲ ਐਡੀਟਿੰਗ ਸੋਸ਼ਲ ਮੀਡੀਆ ਚਲਾਉਣ ਵਾਲੇ ਬੰਦੇ ਨੇ। 6 ਤੇ 10 16 ਤੇ 5 21 ਹੋ ਗਏ। ਬਾਈਆਂ ਮੈਂ ਆਪ 5 ਤੋਂ 7 ਬੰਦੇ ਪਿੱਛੇ ਮੱਝਾਂ ਲੱਭਣ ਵਾਲੇ ਨੇ। ਠੀਕ ਹੈ, ਕਿਉਂ ਭਾਈ ਜਾਨ? ਇਸੇ ਹੀ ਗੱਲ ਤਰ੍ਹਾਂ ਇਹਦੇ ਨਾਲ ਅੱਗੇ 3 4 5 ਬੰਦੇ ਨੇ ਜਿਨ੍ਹਾਂ ਨੇ ਮਾਲ ਲੱਭਣਾ ਹੁੰਦਾ। ਇਹ 30 40 ਬੰਦਿਆਂ ਦੀ ਟੀਮ ਹੈ ਜਿਹੜੀ ਇਸ ਪੂਰੇ ਸਿਸਟਮ ਨੂੰ ਚਲਾਉਣ ਰਹੀ ਹੈ। ਇਸੇ ਲਈ ਤੁਸੀਂ ਆਪਣੇ ਤੋਂ ਸ਼ੁਰੂ ਕਰਨਾ, ਆਹਿਸਤਾ ਆਹਿਸਤਾ ਬੰਦੇ ਜੋੜਦਿਆਂ ਜਾਣਾ। ਪਹਿਲੇ ਦੂਜੇ 5-6 ਮਹੀਨੇ ਨਹੀਂ ਵੇਖਣਾ, ਆਪਣੇ ਕੰਮ ਵੱਲ ਧਿਆਨ ਦੇਣਾ, ਮਿਹਨਤ ਵੱਲ ਧਿਆਨ ਦੇਣਾ, ਅੱਛਾ ਜਾਨਵਰ ਖਰੀਦਣਾ, ਉਹਨੂੰ ਵੇਚਣਾ। ਇਹ ਇੱਕ ਬਿਜ਼ਨਸ ਗੈਪ ਅੱਛਾ ਹੈ। ਅਗਰ ਤੁਸੀਂ ਸੋਸ਼ਲ ਮੀਡੀਆ ਤੇ ਕਰੋ ਤੇ ਇਹਦੇ 'ਚ ਤੁਹਾਨੂੰ ਰਿਜ਼ਕ ਵੀ ਮਿਲੇਗਾ, ਪ੍ਰੋਫਿਟ ਵੀ ਮਿਲੇਗਾ। ਤੁਸੀਂ ਇੱਕ ਹੀ ਜਾਨਵਰ ਰੋਜ਼ ਦਾ ਅਗਰ ਸੇਲ ਕਰਨ ਲੱਗਦੇ ਹੋ, ਹਫਤੇ ਦਾ ਇੱਕ ਕਰਨ ਲੱਗਦੇ ਹੋ, ਉਹਦੇ 'ਚੋਂ 20,000 ਰੁਪਇਆ ਨਫਾ ਲਾ ਲਓ। ਫਿਰ ਦੂਸਰੇ ਹਫਤੇ 20,000, ਫਿਰ ਤੀਸਰੇ ਹਫਤੇ, ਮਹੀਨੇ ਦਾ ਤੁਸੀਂ ਲੱਖ ਰੁਪਇਆ ਨਫਾ ਅਗਰ ਕੱਢਦੇ ਹੋ ਨਾ, ਪਹਿਲੇ ਮਹੀਨੇ, ਫਿਰ ਦੂਜੇ, ਫਿਰ ਤੀਜੇ, ਆਹਿਸਤਾ ਆਹਿਸਤਾ ਟਾਈਮ ਲੱਗੇਗਾ। 1-2 ਸਾਲ ਦੇ ਵਿੱਚ ਤੁਸੀਂ ਪੂਰੇ ਸਟੈਂਡ ਹੋ ਜਾਓਗੇ ਤੇ ਤੁਹਾਡੇ ਕਰਨ ਦੇ ਨਾਲ ਨਾ ਮੈਨੂੰ ਫਰਕ ਪਵੇਗਾ ਨਾ ਕਿਸੇ ਹੋਰ ਨੂੰ ਫਰਕ ਪਵੇਗਾ। ਕਿਸੇ ਤੋਂ ਹਸਦ ਨਹੀਂ ਰੱਖਣਾ। ਹਰ ਬੰਦਾ ਜਿਹੜਾ ਕਰਨ ਡਿਆ ਉਹਦਾ ਜੋ ਰਿਜ਼ਕ ਉਹਦੇ ਮੁਕੱਦਰਾਂ 'ਚ ਲਿਖਿਆ ਉਹ ਉਹਨੂੰ ਮਿਲਣਾ ਹੀ ਮਿਲਣਾ। ਉਹ ਨਾ ਤੁਸਾਂ ਦੇਣਾ ਨਾ ਮੈਂ ਦੇਣਾ, ਨਾ ਤੁਸੀਂ ਕਿਸੇ ਕੋ ਖੋ ਸਕਦੇ ਹੋ ਨਾ ਕਿਸੇ ਨੂੰ ਦੇ ਸਕਦੇ ਹੋ। ਤਿੰਨਾਂ ਚੀਜ਼ਾਂ ਦਾ ਵਾਅਦਾ ਅੱਲਾਹ ਪਾਕ ਦੀ ਜ਼ਾਤ ਨੇ ਕੀਤਾ ਹੈ, ਚਾਹੇ ਉਹ ਕਿਸੇ ਹੋਰ ਮਜ਼ਹਬ ਦਾ, ਕਿਸੇ ਮਜ਼ਹਬ ਨੂੰ ਮੰਨਦਾ ਨਹੀਂ ਮੰਨਦਾ। ਇੱਜ਼ਤ, ਰਿਜ਼ਕ ਤੇ ਜ਼ਿੰਦਗੀ, ਇਹ 3 ਚੀਜ਼ਾਂ ਅੱਲਾਹ ਦੇ ਹੱਥ 'ਚ ਨੇ ਤੇ ਅਸੀਂ ਇਨਸਾਨ ਇਹਨਾਂ 3 ਚੀਜ਼ਾਂ ਦੇ ਪਿੱਛੋਂ ਲੜਦੇ ਹਾਂ। ਇੱਜ਼ਤ, ਰਿਜ਼ਕ ਤੇ ਜ਼ਿੰਦਗੀ। ਇੱਜ਼ਤ ਜ਼ਿਲਤ ਅੱਲਾਹ ਦੇ ਹੱਥ ਦੇ ਵਿੱਚ, ਰਿਜ਼ਕ ਤੇ ਨਾ ਰਿਜ਼ਕ ਅੱਲਾਹ ਦੇ ਹੱਥ 'ਚ, ਤੇ ਜ਼ਿੰਦਗੀ ਮੌਤ ਅੱਲਾਹ ਦੇ ਹੱਥ ਦੇ ਵਿੱਚ। ਤੇ ਸਾਨੂੰ ਸਿਰਫ ਇਹਨਾਂ 3 ਚੀਜ਼ਾਂ ਦੀ ਪਰੇਸ਼ਾਨੀ ਹੁੰਦੀ ਹੈ। ਇਹਨਾਂ 3 ਚੀਜ਼ਾਂ ਤੋਂ ਬੇਲੋਸ ਪਰੇਸ਼ਾਨੀ ਖਤਮ ਕਰ ਦੇਣੀ। ਰਿਜ਼ਕ ਉਸ ਜ਼ਾਤ ਨੇ ਦੇਣਾ, ਇੱਜ਼ਤ ਜ਼ਿਲਤ ਉਸ ਜ਼ਾਤ ਨੇ ਦੇਣੀ ਹੈ, ਜ਼ਿੰਦਗੀ ਮੌਤ ਉਸ ਜ਼ਾਤ ਨੇ ਦੇਣੀ ਹੈ। ਤੇ ਕੰਮ ਜਿਹੜਾ ਕਰਨਾ ਸੁਥਰਾ ਤੇ ਨੀਟ ਕਰਨਾ। ਠੀਕ ਹੈ, ਲੋਕਾਂ ਦੀਆਂ ਗੱਲਾਂ ਪਿੱਛੇ ਨਹੀਂ ਲੱਗਣਾ। ਲੋਕ ਕਦੇ ਵੀ ਪੂਰਾ ਨਹੀਂ ਆਉਣ ਦਿੰਦੇ। ਲੋਕ, ਪਾਕਿਸਤਾਨੀ ਇਹੀ ਕੌਮ ਨਹਾਇਤ ਜਾਹਲ ਕੌਮ ਆ। ਸਾਡੇ ਕੋਲ ਏਡਾ ਫਜ਼ੂਲ ਟਾਈਮ ਹੈ, ਏਡਾ ਫਜ਼ੂਲ ਟਾਈਮ ਹੈ ਕਿ ਇੱਕ ਤਰੀਕ ਮੈਂ ਅੱਜ 24 ਹੈ ਤੇ 23 ਦੱਸਦਾ ਨਾ ਤੇ ਯਕੀਨ ਮੰਨੋ ਥੱਲੇ 2000 ਬੰਦੇ ਆਖਿਆ ਨਾ ਨਾਦਰ ਭਾਈ ਤੂੰ ਤਰੀਕ ਹੀ ਗਲਤ ਦੱਸ ਛੜੀ ਹੈ। ਯਾਰ ਦੱਸੋ, ਤਰੀਕ ਇੱਕ ਦਿਨ ਉੱਤੇ ਥੱਲੇ ਹੋ ਗਈ, ਕੋਈ ਮਸਲਾ ਨਹੀਂ। ਵੀਡੀਓ ਵੇਖੋ, ਆਪਣਾ ਕੋਈ ਹੋਰ ਕੰਮ ਕਰ ਲਵੋ। ਤੁਹਾਡੇ ਕੋਲ ਕਿੰਨਾ ਕੁ ਵੇਲਾ ਟਾਈਮ ਹੈ ਕਿ ਹਰ ਚੀਜ਼ ਦੀ ਨੁਕਤਾਚੀਨੀ ਤੁਸੀਂ ਆਪਣੇ ਆਪ ਤੇ ਫਰਜ਼ ਕਰ ਲਈ। ਇਸ ਲਈ ਲੋਕ ਛੋਟੇ ਛੋਟੇ ਪੁਆਇੰਟ ਵਹਿੰਦੇ ਨੇ। ਤੁਸੀਂ ਲੋਕਾਂ ਦੀਆਂ ਗੱਲਾਂ ਤੇ ਨਹੀਂ ਮੱਦੇਨਜ਼ਰ ਰੱਖਣਾ। ਜਦੋਂ ਤੁਸੀਂ ਸਾਫ਼ ਨੀਅਤ ਨਾਲ ਚੱਲ ਪਏ ਨਾ, ਸਮਝਦਾਰ ਬੰਦੇ ਜਿਹਨੇ ਤੁਹਾਡੇ ਕੋਲ ਖਰੀਦਦਾਰੀ ਕਰਨੀ ਹੈ, ਤੁਹਾਨੂੰ ਸਫਾਈ ਦੇਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਤਾਰੀਫਾਂ ਆਪਣੇ ਮਾਲ ਦੀ ਕਰਨ ਦੀ ਨਹੀਂ ਲੋੜ ਪੈਣੀ। ਤੁਸੀਂ ਜਦੋਂ ਹਕੀਕਤ ਦੱਸਣੀ ਹੈ, ਹਰ ਬੰਦੇ ਨੇ ਆਟੋਮੈਟਿਕਲੀ ਤੁਹਾਡੇ ਤੇ ਇਤਮਾਦ ਕਰਨਾ। ਵਪਾਰ ਦੀ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ ਕਿਉਂਕਿ ਆਉਣ ਵਾਲੇ ਵਕਤ ਦੇ ਵਿੱਚ ਖੁਰਾਕ ਦੀ ਕਮੀ ਹੋਣੀ ਹੈ। ਦੁੱਧ ਦਾ ਕੰਮ ਖੁਰਾਕ ਦਾ ਕੰਮ ਹੈ। ਦੁੱਧ ਦੀ ਹੁਣ ਵੀ ਸਾਡੇ ਪਾਕਿਸਤਾਨ 'ਚ ਕਮੀ ਹੈ। 20% ਦੁੱਧ ਜਿਹੜਾ ਨਾ ਅਸੀਂ ਪਿੰਡਾਂ ਦੇ ਲੋਕ ਸਿਰਫ ਖਾਲਸ ਪੀਂਦੇ ਹਾਂ। 80% ਜਿਹੜੀ ਸ਼ਹਿਰੀ ਆਵਾਮ ਹੈ ਨਾ, ਇਹ ਪਾਊਡਰ ਵਾਲਾ ਤੇ ਕੈਮੀਕਲ ਵਾਲਾ ਦੁੱਧ ਪੀਂਦੇ ਨੇ। ਇਸ ਲਈ ਆਉਣ ਵਾਲਾ ਵਕਤ ਸੋਸ਼ਲ ਮੀਡੀਆ ਤੇ ਜਿਹੜੇ ਬੰਦੇ ਨੇ ਵਪਾਰ ਕਰਨਾ ਉਹ ਨਹਾਇਤ ਕਾਮਯਾਬ ਹੈ।
ਚਾਹੇ ਕੋ ਪੜ੍ਹਿਆ ਲਿਖਿਆ ਚਾਹੇ ਕੋ ਅਨਪੜ੍ਹ ਹੈ, ਕੋਸ਼ਿਸ਼ ਕਰੋ ਕਿ ਆਪਣੇ ਵਪਾਰ ਨੂੰ ਜਾਂ ਆਪਣੇ ਕਿਸੇ ਵੀ ਕਾਰੋਬਾਰ ਨੂੰ ਸੋਸ਼ਲ ਮੀਡੀਆ 'ਤੇ ਲਿਆਓ, ਇੰਟਰਨੈਟ 'ਤੇ ਲਿਆਓ, ਉਹਦੇ 'ਚ ਵਿੱਚ ਤੁਹਾਡਾ ਬੜਾ ਫਾਇਦਾ ਹੋਏਗਾ। ਅਤੇ ਬਾਕੀ ਗੱਲਾਂ ਤਾਂ ਬੜੀਆਂ ਸਾਰੀਆਂ ਹਨ, ਹੁਣ ਮੇਰਾ ਖਿਆਲ ਕੋਈ ਯਾਦ ਰਹਿ ਗਈਆਂ, ਕੋਈ ਅੱਗੇ ਪਿੱਛੇ ਹੋ ਗਈਆਂ। ਜਿਸ ਤਰ੍ਹਾਂ ਦੀ ਕੋਈ ਵੀਡੀਓ ਬਣੀ ਹੈ ਤੁਹਾਨੂੰ ਖੁੱਲ੍ਹ ਕੇ ਦੱਸੀਏ ਐਂਡ 'ਤੇ ਫਿਰ ਉਹਨਾਂ ਭਰਾਵਾਂ ਦਾ ਜਿਹੜੇ ਭਰਾ ਬਣ ਕੇ ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਕਮੈਂਟ ਕਰਦੇ ਨੇ, ਸਾਡੇ ਕੋਲੋਂ ਖਰੀਦਦਾਰੀ ਸਾਡੇ ਟਰਸਟ 'ਤੇ ਕਰਦੇ ਨੇ, ਲੋਕਾਂ ਨੂੰ ਸਾਡੀਆਂ ਸਫਾਈਆਂ ਦਿੰਦੇ ਨੇ ਕਮੈਂਟਾਂ 'ਚ ਆ ਕੇ ਜਾਂ ਵੈਸੇ ਆਪਣੇ ਇਲਾਕੇ 'ਚ ਜਾ ਕੇ, ਉਹਨਾਂ ਭਰਾਵਾਂ ਦਾ ਹੱਥ ਜੋੜ ਕੇ ਸ਼ੁਕਰੀਆ। ਦੁਆਵਾਂ 'ਚ ਯਾਦ ਰੱਖਿਆ ਕਰੋ, ਖੁਸ਼ ਰਿਹਾ ਕਰੋ। ਸਾਡੇ 'ਚ ਕੋਈ ਕਮੀ ਕਤਾਈ ਵੇਖੋ ਅਤੇ ਕਮੈਂਟਾਂ 'ਚ ਲਾਜ਼ਮੀ ਦੱਸਿਆ ਕਰੋ ਕਿ ਨਾਦਰ ਭਾਈ ਫਲਾਣਾ ਕੰਮ ਤੁਹਾਡਾ ਗਲਤ ਹੈ, ਇਹਨੂੰ ਥੋੜ੍ਹਾ ਬਿਹਤਰ ਕਰੋ, ਜਾਂ ਫਲਾਣਾ ਥੋੜ੍ਹਾ ਘੱਟ ਬਿਹਤਰ ਹੈ, ਇਹਨੂੰ ਥੋੜ੍ਹਾ ਮਜ਼ੀਦ ਬਿਹਤਰ ਕਰੋ। ਠੀਕ ਹੈ, ਵੀਡੀਓ ਅੱਛੀ ਲੱਗੇ ਸ਼ੇਅਰ ਲਾਜ਼ਮੀ ਕਰਿਓ ਜੇ।